So again, using generating functions to solve non-homogeneous recurrence relations. Another example. This is the recurrence relation Sn minus Sn minus 1 plus 6 Sn minus 2 equal to 2 power n plus n. ठीक है, for n equals to 2, 3 and so on, and initial conditions s not equal to 1, s1 equal to 1. Because it is a recurrence relation of order 2, highest index minus lowest index, if you do, you will get the index of the order of the recurrence relation equal to 2. Therefore, we are provided with two initial conditions, s0 and s1, and both are equal to 1. Now to solve this recurrence relation using generating functions. So firstly, we all are aware that gx is equal to s0 plus s1x plus s2x square and so on. That means this summation, जेड़ा generating function ਹੁੰਦਾ है, वो summation ਹੁੰਦਾ है. ਇਹਦੀ value ਆਪਾਂ use ਕਰਾਂਗੇ अपने ਇਸ ਦੇ ਵਿੱਚ. तो सब तो पहला step again जो पिछली examples ਦੇ ਵਿੱਚ ਵੀ explain ਹੋਇਆ कि सब तो पहला हर एक टर्म ਨੂੰ ਤੁਸੀਂ x ਦੀ ਪਾਵਰ n ਨਾਲ ਮਲਟੀਪਲਾਈ ਕਰਨਾ ਹੈਗਾ. Sorry, here we have 5 sn minus 1 in the statement. So minus 5 sn minus 1 ਇਹਦੇ ਨਾਲ ਵੀ xn ਮਲਟੀਪਲਾਈ ਹੋ ਗਿਆ. प्लस 6 sn minus 2 xn ਇਹਦੇ ਨਾਲ ਵੀ ਮਲਟੀਪਲਾਈ ਹੋ ਗਿਆ. 2n ਹੈ ਇਹਦੇ ਨਾਲ ਵੀ xn ਮਲਟੀਪਲਾਈ ਕਰ ਦਿੱਤਾ. n ਹੈ ਇਹਦੇ ਨਾਲ ਵੀ xn ਮਲਟੀਪਲਾਈ ਕਰ ਦਿੱਤਾ. ਔਰ ਸਮੀਸ਼ਨ ਜਿਹੜਾ ਹੈਗਾ ਉਹ ਕਿੱਥੋਂ ਸਟਾਰਟ ਕਰਨਾ ਹੈ? ਇੰਡੈਕਸ ਆਫ ਦਾ ਸਮੀਸ਼ਨ will be starting from n equals to 2, the order of the recurrence relation. The starting index of summation is same as order of the recurrence relation. और 2 ਸੀਗਾ, that's why we have taken the summation starting from 2. तो सारियां टर्म्स ਨੂੰ xn ਨਾਲ ਮਲਟੀਪਲਾਈ ਕੀਤਾ ਔਰ ਸਮੀਸ਼ਨ ਅਪਲਾਈ ਕੀਤਾ. अगला स्टेप ਹੁੰਦਾ ਸੀਗਾ ਸਾਡੇ ਕੋਲ ਜੋ ਇਸ ਸੀਕੁਐਂਸ ਦਾ ਇੰਡੈਕਸ ਹੈ sn-1 ਦਾ ਇੰਡੈਕਸ ਹੈ ਉਹੀ x ਦੀ ਪਾਵਰ ਹੋਣੀ ਚਾਹੀਦੀ. ਸੋ ਉਰੇ ਆਪਣੇ ਕੋਲ ਡਿਫਰੈਂਟ ਹੈ ਦੋਵਾਂ ਦੇ ਵਿੱਚ, ਤਾਂ ਇਸ ਕਰਕੇ x ਦੀ ਪਾਵਰ n ਨੂੰ ਬ੍ਰੇਕ ਕੀਤਾ 1 ਪਾਵਰ ਐਂਡ n-1 ਪਾਵਰ. ਸਿਮਿਲਰਲੀ ਉਰੇ ਆਪਣੇ ਕੋਲ n-2 ਹੈ ਔਰ ਉਰੇ x ਦੀ ਪਾਵਰ n ਹੈ, ਤਾਂ ਇਹਨੂੰ ਵੀ ਬ੍ਰੇਕ ਕੀਤਾ x ਦਾ ਪਾਵਰ 2 ਔਰ x ਦੀ ਪਾਵਰ n-2. ਅਗਲੇ ਸਟੈਪ 'ਚ ਅਸੀਂ ਇੰਡੈਕਸਿਸ ਤੇ ਪਾਵਰ ਨੂੰ ਬੈਲੈਂਸ ਕਰਨਾ ਹੁੰਦਾ ਸੀ. ਤੇ ਇਹ ਦੋਵੇਂ ਹਲੇ ਐਜ਼ ਇਟ ਇਜ਼ ਲਿਖੇ ਆ, ਇਹਨਾਂ ਦਾ ਸਮੀਸ਼ਨ ਹਲੇ ਅਸੀਂ ਸੋਲਵ ਕਰਨਾ ਹੈ. ਫਸਟਲੀ ਅਸੀਂ ਲੈਫਟ ਹੈਂਡ ਸਾਈਡ ਤੇ ਜਿਹੜੀਆਂ ਸੀਕੁਐਂਸ ਵਾਲੀਆਂ ਟਰਮਸ ਹੈ ਪਹਿਲਾਂ ਉਹਨਾਂ ਨੂੰ ਕੰਸੋਲੀਡੇਟ ਕਰਨ ਲੱਗੇ ਆ. ਨੈਕਸਟ ਸਟੈਪ ਦੇ ਵਿੱਚ ਤੁਸੀਂ ਕੀ ਕਰਨਾ ਹੈਗਾ, ਸਾਰੇ ਸਮੀਸ਼ਨਸ ਜਦੋਂ ਇੰਡੈਕਸਿਸ ਬੈਲੈਂਸ ਹੋ ਗਏ ਹਰ ਇੱਕ ਸਮੀਸ਼ਨ ਨੂੰ ਆਬਜ਼ਰਵ ਕਰਨਾ ਹੈ ਕਿ ਉਹ ਕਿੱਥੋਂ ਸਟਾਰਟ ਹੋ ਰਿਹਾ. ਇਹ ਵਾਲਾ ਸਮੀਸ਼ਨ ਸਾਡਾ ਸਟਾਰਟ ਹੋ ਰਿਹਾ s2x ਸਕੁਅਰ ਤੋਂ, s2 into x ਸਕੁਅਰ, ਫਿਰ s3 into x ਕਿਊਬ, ਸੋ ਔਨ ਇਸ ਤਰ੍ਹਾਂ. ਤਾਂ ਇਹਦੇ ਵਿੱਚ ਜਿਹੜੀਆਂ ਹੈਗੀਆਂ ਜਨਰੇਟਿੰਗ ਫੰਕਸ਼ਨ ਦੇ ਵਿੱਚ ਜੇ ਇਹਨੂੰ ਕਨਵਰਟ ਕਰਨਾ ਹੈ, ਇਹ ਇੱਥੋਂ ਦੀ ਸਟਾਰਟ ਹੋ ਰਹੀਆਂ ਨੇ ਟਰਮਸ, ਤੇ ਜੇਕਰ ਇਹਨੂੰ ਜਨਰੇਟਿੰਗ ਫੰਕਸ਼ਨ ਚ ਕਨਵਰਟ ਕਰਨਾ ਹੈ देयर आर टू ਟਰਮਸ which are missing here, s0 and s1x. ਸੋ ਇਹ ਦੋਵੇਂ ਟਰਮਸ ਇਸ ਦੇ ਵਿੱਚ ਅਸੀਂ ਐਡ ਕਰਾਂਗੇ ਤੇ ਸਬਟ੍ਰੈਕਟ ਕਰਾਂਗੇ. ਜਦੋਂ ਐਡ ਹੋ ਗਈਆਂ ਤਾਂ ਕਰਕੇ ਸਮੀਸ਼ਨ ਦਾ ਇੰਡੈਕਸ 0 ਤੋਂ ਸਟਾਰਟ ਕਰ ਦਿੱਤਾ ਔਰ ਸਬਟ੍ਰੈਕਸ਼ਨ ਵਾਲੀਆਂ ਟਰਮਸ ਆ ਪਈਆਂ ਸਾਡੇ. ਤੇ ਇਸੇ ਤਰ੍ਹਾਂ ਇਸ ਸਮੀਸ਼ਨ ਨੂੰ ਆਬਜ਼ਰਵ ਕੀਤਾ, ਜਿਹੜਾ ਸੈਕਿੰਡ ਵਾਲਾ ਹੈਗਾ ਸਾਡੇ ਕੋਲ ਇਹ ਵਾਲਾ, ਇਸ ਸਮੀਸ਼ਨ ਨੂੰ ਆਬਜ਼ਰਵ ਕੀਤਾ ਇਹ ਵਾਲੇ ਨੂੰ, ਤਾਂ ਇਸ ਦੇ ਵਿੱਚ sn-1 xn-1 ਹੈਗਾ, ਤੇ ਇਹਨੂੰ ਜੇ ਆਬਜ਼ਰਵ ਕੀਤਾ ਇਹ ਸਟਾਰਟ ਹੋ ਰਿਹਾ ਹੈ s1 x ਤੋਂ, ਤਾਂ ਇਟ ਮੀਨਸ ਇਹਦੇ ਕੋਲ ਇੱਕੋ ਹੀ ਟਰਮ ਮਿਸਿੰਗ ਹੈ. ਇਹ ਸਾਰੀਆਂ ਟਰਮਸ ਹੈਗੀਆਂ ਨੇ, ਇਹਦੇ ਕੋਲ ਆਹ ਟਰਮ ਮਿਸਿੰਗ ਹੈ s0, ਉਹ ਇਹਦੇ ਵਿੱਚ ਐਡ ਸਬਟ੍ਰੈਕਟ ਹੋਊਗੀ. ਜਦੋਂ ਐਡ ਹੋਈ ਤਾਂ ਹੀ ਇੰਡੈਕਸ ਪਹਿਲਾਂ 2 ਸੀਗਾ, ਇਹ 1 ਤੋਂ ਕਰ ਦਿੱਤਾ, ਤੇ s0 ਜਿਹੜਾ ਐਡ ਹੋਇਆ ਉਹੀ ਸਬਟ੍ਰੈਕਟ ਹੋ ਗਿਆ ਬ੍ਰੈਕਟ ਦੇ ਵਿੱਚ, ਤੇ 6x ਸਕੁਅਰ. ਔਰ ਇਹ ਸਮੀਸ਼ਨ ਨੂੰ ਆਬਜ਼ਰਵ ਕੀਤਾ, ਇਸ 'ਚ ਕੋਈ ਪ੍ਰੋਬਲਮ ਨਹੀਂ ਹੈਗੀ. ਇਹ ਸਮੀਸ਼ਨ ਜਿਹੜਾ ਹੈਗਾ ਇਹ 0 ਤੋਂ ਹੀ ਸਟਾਰਟ ਹੋ ਰਿਹਾ. ਯੂ ਕੈਨ ਚੈੱਕ n equal to 2 ਪੁੱਟ ਕਰਨਾ ਹੈ ਤਾਂ s0 ਆਊਗੀ ਪਹਿਲੀ ਟਰਮ, ਫਿਰ s1x ਐਂਡ ਸੋ ਔਨ. ਤਾਂ ਇਸ ਸਮੀਸ਼ਨ 'ਚ ਕੋਈ ਪ੍ਰੋਬਲਮ ਨਹੀਂ, ਇਸ 'ਚ ਕੁਝ ਐਡ ਸਬਟ੍ਰੈਕਟ ਕਰਨ ਦੀ ਜ਼ਰੂਰਤ ਨਹੀਂ ਹੈ, ਇਹ ਐਜ਼ ਇਟ ਇਜ਼ ਆ. ਹੁਣ ਇਸੇ ਤਰ੍ਹਾਂ ਇਹਨੂੰ ਵੀ ਸਮ ਅਪ ਕਰਨਾ ਸੀਗਾ, ਤਾਂ ਇਸ ਕਰਕੇ ਇਹਦੇ ਵਿੱਚ n equals to 2 ਤੋਂ ਸਟਾਰਟ ਹੋ ਰਿਹਾ, ਤਾਂ ਇਸ ਦੇ ਵਿੱਚ ਵੀ ਮੈਂ ਉਹੀ ਕੰਮ ਕੀਤਾ ਕਿ ਇਸ ਦੇ ਵਿੱਚ ਜਿਹੜੀਆਂ ਦੋ ਟਰਮਸ ਮਿਸਿੰਗ ਹੈ 2 ਦੀ ਪਾਵਰ 0 x ਦੀ ਪਾਵਰ 0 ਔਰ 2 ਦੀ ਪਾਵਰ 1 x ਦੀ ਪਾਵਰ 1, ਉਹ ਐਡ ਕਰ ਦਿੱਤੀਆਂ, ਤਾਂ ਸਮੀਸ਼ਨ 0 ਤੋਂ ਸਟਾਰਟ ਹੋ ਗਿਆ ਔਰ ਇਹੀ ਸਬਟ੍ਰੈਕਟ ਕੀਤੀਆਂ. ਸੇਮ ਕੰਮ ਉਰੇ ਕੀਤਾ ਹੈਗਾ, ਇਹਦਾ ਵੀ ਸਮੀਸ਼ਨ n equal to 0 ਤੋਂ ਕਰਤਾ. ਇਹਦੇ ਕੋਲ ਦੋ ਟਰਮਸ ਮਿਸਿੰਗ ਹੈ n equal to 0 and n equal to 1, ਬਟ n equal to 0 ਵਾਲੀ ਟਰਮ 0 ਹੀ ਹੋਏਗੀ ਔਰ n equal to 1 ਵਾਲੀ ਟਰਮ ਸਾਡੇ ਕੋਲ x ਬਣ ਜਾਊਗੀ. ਸੋ ਇਹ ਦੋਵੇਂ ਉਰੇ ਐਡ ਹੋਈਆਂ ਤਾਂ ਇਹ ਦੋਵੇਂ ਉਰੇ ਸਬਟ੍ਰੈਕਟ ਵੀ ਕਰ ਦਿੱਤੇ. ਸੋ ਨੈਕਸਟ ਸਟੈਪ ਦੇ ਵਿੱਚ ਹੁਣ ਕੀ ਕਰਨਾ ਹੈਗਾ, ਜਿਹੜਾ ਆਪਣੇ ਕੋਲ ਰਾਈਟ ਹੈਂਡ ਸਾਈਡ ਤੇ ਆਹ ਵਾਲਾ ਸਮੀਸ਼ਨ ਹੈ, ਇਹ ਵਾਲਾ nxn, ਪਹਿਲਾਂ ਇਹਨੂੰ ਸਿੰਪਲੀਫਾਈ ਕਰਨ ਲੱਗਿਆ. ਇਹ ਵਾਲਾ ਸਮੀਸ਼ਨ ਦਾ ਬਹੁਤ ਸਿੰਪਲ ਹੈ ਕਿਉਂਕਿ ਇਹ ਜੀਪੀ ਫਾਰਮ ਕਰ ਰਿਹਾ ਹੈਗਾ, ਇਹਦਾ ਟੋਟਲ ਸਿੰਪਲ ਜੀਪੀ ਦਾ ਇਨਫਾਈਨਾਈਟ ਟੋਟਲ ਵਾਲਾ ਫਾਰਮੂਲਾ ਲੱਗ ਕੇ ਹੋ ਜਾਏਗਾ. ਮੇਨਲੀ ਆਹ ਵਾਲਾ ਜਿਹੜਾ ਸਮੀਸ਼ਨ ਹੈ ਇਹਨੂੰ ਸਮ ਅਪ ਕਰਨਾ ਪਊਗਾ, ਤਾਂ ਪਹਿਲਾਂ ਇਹਨੂੰ ਸਮ ਅਪ ਕਰਦੇ ਆ. ਲੈਟ ਅਸ ਸਪੋਜ਼ g is equal to summation nxn. अगर ਇਹਨੂੰ ਓਪਨ ਕਰਾਂਗੇ n equal to 0 ਲਈ ਤਾਂ 0 ਆਏਗੀ, x ਤੋਂ ਸਟਾਰਟ ਹੋ ਜਾਏਗਾ n equal to 1 ਦੇ ਕੋਰਸਪੋਂਡਿੰਗ, x plus 2x square 3x cube 4x 4 and so on.
अगेन इट इज एजी सीरीज। सो एजी सीरीज ਨੂੰ ਸੋਲਵ ਕਰਨ ਲਈ ਇਹੀ ਹੁੰਦਾ ਕਿ ਜੋ जीपी ਦਾ ਆਪਣੇ ਕੋਲ ਰੇਸ਼ੋ ਹੈ जीपी x x स्क्वायर x क्यूब x4 ਦੇ ਵਿੱਚ ਬਣ ਰਹੀ ਹੈ ਤਾਂ ਰੇਸ਼ੋ x ਹੈ ਮਲਟੀਪਲਾਈ ਵਿਦ ਦਾ ਰੇਸ਼ੋ x g ਤਾਂ ਇਹ ਵਾਲਾ x ਚੇਂਜ ਹੋ ਜਾਏਗਾ x स्क्वायर ਇਹ ਚੇਂਜ ਹੋ ਜਾਏਗਾ 2x क्यूब ਇਹ ਚੇਂਜ ਹੋ ਜਾਏਗਾ 3x4 ਐਂਡ ਤੇ ਇੱਕ ਸਟੈਪ ਛੱਡ ਕੇ ਲਿਖਿਆ ਤਾਂ ਕਿ ਪਾਵਰਸ ਨੂੰ ਅਸੀਂ ਸਬਟ੍ਰੈਕਟ ਈਜ਼ੀਲੀ ਕਰ ਸਕੀਏ ਕੋਰਸਪੋਂਡਿੰਗ ਟਰਮਸ ਨੂੰ। सो 1 माइनस एक्स जी बन गया राइट साइड पे जो सबट्रैक्ट किया x एज इट इज इना दोवां दी सबट्रैक्शन आ गई x स्क्वायर इना दोवां दी सबट्रैक्शन आ गई x क्यूब इना दोवां दी आ गई x4 इसी तरह चलदा है। राइट हैंड साइड पे जेडी अपने कोल सीरीज बन रही हैगी है ये वाली इट इज ए सिंपल ज्योमेट्रिक सीरीज सो इट्स टोटल इज a over 1 minus r इनफाइनाइट gp दा टोटल a is x and r is also x common ratio is also x तो इदा टोटल बनया x over 1 minus x square। सो जो अपने कोल टर्म्स ने ਉਹਦੇ ਵਿੱਚ ਇਸ ਦਾ ਜਿਹੜਾ ਸਮੇਸ਼ਨ ਸੀਗਾ ਇਹ ਸਬਸਟੀਟਿਊਟ ਕਰ ਦਿੱਤਾ x over 1 minus x square ਠੀਕ ਹੈ ਤੇ ਲੈਫਟ ਹੈਂਡ ਸਾਈਡ ਤੇ ਜਿਹੜੀਆਂ ਆਪਣੇ ਕੋਲ ਸਮੇਸ਼ਨ ਸੀਗੇ ਉਹਨਾਂ ਚ ਟਰਮਸ ਆਪਾਂ ਕੰਪਲੀਟ ਕੀਤੀਆਂ ਸੀ ਤਾਂ ਸਮੇਸ਼ਨਸ ਨੂੰ gx ਲਿਖਤਾ ਸਾਰੇ ਕਿਤੇ ਜਿੱਥੇ ਜਿੱਥੇ ਵੀ ਸਮੇਸ਼ਨ ਸੀਗੇ ਔਰ s0 s1x ਸੀਗਾ s0 ਦੀ ਵੈਲਿਊ ਵੀ 1 ਸੀ s1 ਦੀ ਵੀ 1 ਸੀ ਤਾਂ ਇਹ ਟਰਮ ਬਣ ਗਈ ਹੈਗੀ ਪੂਰੇ -s0 ਸੀਗਾ ਇਹ 1 ਬਣ ਗਿਆ ਹੈਗਾ ਤੇ ਉਹ ਜਿਹੜੀ ਜਿਓਮੈਟ੍ਰਿਕ ਸੀਰੀਜ਼ ਵਾਲਾ ਸਮੇਸ਼ਨ ਸੀਗਾ ਸਮੇਸ਼ਨ 2nxn ਇਹ ਵਾਲਾ ठीक है ਇਹਦਾ ਟੋਟਲ ਆਪਣੇ ਕੋਲ ਅਕੋਰਡਿੰਗ ਟੂ ਜੀਪੀ ਦਾ ਫਾਰਮੂਲਾ ਤੁਸੀਂ ਲਗਾਓਗੇ ਇਹ ਬਣ ਜਾਊਗਾ 1 over 1 minus 2x ਤੇ ਉਹਦੇ ਵਿੱਚੋਂ ਅਸੀਂ ਆ ਟਰਮਸ ਜਿਹੜੀਆਂ ਸੀਗੀਆਂ ਸਬਟ੍ਰੈਕਸ਼ਨ ਫਾਰਮ ਚ ਲਿਖੀਆਂ ਹੋਈਆਂ ਸੀ ਉਹ ਐਜ਼ ਇਟ ਇਜ਼ ਆ ਗਈਆਂ ਤੇ -x ਇਹਦਾ ਐਜ਼ ਇਟ ਇਜ਼ ਆ ਗਿਆ ਇਸ ਸਮੇਸ਼ਨ ਦਾ ਸੀਗਾ। ਫਿਰ ਅਗੇਨ ਉਹੀ ਸਟੈਪ ਹੈਗਾ ਕਿ ਤੁਸੀਂ ਇਸ ਦੇ ਵਿੱਚੋਂ ਜਿਹੜੀਆਂ ਸੇਮ ਟਰਮਸ ਹੈਗੀਆਂ ਨੇ ਮਤਲਬ gx ਵਾਲੀਆਂ ਜਿਹੜੀਆਂ ਟਰਮਸ ਹੈ ਉਹ ਇਕੱਠੀਆਂ ਕਰਨੀਆਂ ਹੈਗੀਆਂ ठीक है तो gx वाली टर्म्स ए स्टेप एज इट इज ही कॉपी होया हुआ आई थिंक नेक्स्ट स्टेप ठीक है ए एज इट इज ही कॉपी हो गया ते इस स्टेप तो बाद ये वाला स्टेप हैगा ते gx कॉमन ले लओगे 1 आ गया एक ता कोएफिशिएंट gx दा इधरों दी -5x + 6x स्क्वायर ते बाकी अपने कोल उरे -1 सीगा इनु ਅਸੀਂ उधर शिफ्ट कर देता +1 ते -x और इस ब्रैकेट ਨੂੰ जब ओपन करोगे you will get +5x here -x + 5x सो इधर रहेगा 4x ਤੇ ਉਧਰ ਜਾ ਕੇ ਇਹ ਟਰਮ ਬਣ ਜਾਏਗੀ -4x ਤਾਂ ਇਹ ਲਿਖੀ ਹੋਈ ਹੈ ਬਾਕੀ ਇਧਰ ਵਾਲੀਆਂ ਟਰਮਸ ਹਲੇ ਐਜ਼ ਇਟ ਇਜ਼ ਹੀ ਲਿਖੀਆਂ ਨਾਓ ਯੂ ਕੈਨ ਸੀ ਇਹ 1 ਨਾਲ 1 ਸਾਡਾ ਕੈਨਸਲ ਹੋ ਗਿਆ ਇਹ ਤਿੰਨੋਂ x ਵਾਲੀਆਂ ਟਰਮਸ ਅਲੱਗ ਤੋਂ ਪਈਆਂ ਪਲੱਸ ਕਰ ਲਓ -7x ਤੇ ਇਹ ਟਰਮਸ ਆਪਣੇ ਕੋਲ ਆ ਗਈਆਂ ਤੇ ਜੋ ਆਪਣੇ ਕੋਲ 1 -5x + 6x ਸਕੁਅਰ ਹੈ ਇਹਦੇ ਫੈਕਟਰਸ ਬਣਾ ਲਓ ਯੂ ਵਿਲ ਗੈਟ ਥੀਸ ਟੂ ਫੈਕਟਰਸ 1 -3x 1 -2x सो नेक्स्ट स्टेप ਦੇ ਵਿੱਚ ਫਿਰ ਆ ਵਾਲੀ ਜਿਹੜਾ ਹੈ ਇਹਦਾ ਕੋਐਫੀਸ਼ੀਐਂਟ ਬਣਿਆ 1 -3x 1 -2x ਉਹ ਇੱਧਰ ਤੁਸੀਂ ਡਿਵਾਈਡ ਕਰ ਦਿਓ ਤਾਂ 7x ਦੇ ਨੀਚੇ ਆ ਗਿਆ ਇੱਧਰ ਇੱਕ ਆਲਰੇਡੀ ਸੀਗਾ 1 -2x ਤਾਂ ਇਹਦਾ ਸਕੁਅਰ ਬਣ ਗਿਆ ਹੈਗਾ ਇਹ ਸਕੁਅਰ ਸੀਗਾ ਇੱਧਰ ਇਹ ਨਾਲ ਇਹਦੇ ਐਵੇਂ ਆ ਗਿਆ ਹੁਣ ਅਗਲੇ ਸਟੈਪ ਦੇ ਵਿੱਚ ਸਾਨੂੰ ਇਹਦੀਆਂ ਪਾਰਸ਼ੀਅਲ ਫ੍ਰੈਕਸ਼ਨਸ ਦੀ ਜ਼ਰੂਰਤ ਪਏਗੀ ਇਸ ਦੇ ਵਿੱਚ ਹੁਣ ਇਹਦੀਆਂ ਪਾਰਸ਼ੀਅਲ ਫ੍ਰੈਕਸ਼ਨਸ ਅਸੀਂ ਕਿਉਂਕਿ ਫਾਰਮ ਕਰਨੀਆਂ ਹੈਗੀਆਂ ਜਿਹੜੀ ਫਰਸਟ ਟਰਮ ਹੈਗੀ ਹੈ ਉਹਨੂੰ ਮੈਂ ਹਲੇ ਕੁਝ ਵੀ ਨਹੀਂ ਕਰਾਂਗਾ ਨੈਕਸਟ ਸਟੈਪ 'ਚ ਐਜ਼ ਇਟ ਇਜ਼ ਰੱਖਾਂਗੇ ਕਿਉਂਕਿ ਇਸ 'ਚ ਦੋਵੇਂ ਫੈਕਟਰਸ ਲੀਨੀਅਰ ਹੈ ਇਹਦੀਆਂ ਪਾਰਸ਼ੀਅਲ ਫ੍ਰੈਕਸ਼ਨਸ ਸ਼ਾਰਟਕਟ ਨਾਲ ਬਣ ਜਾਣਗੀਆਂ ਬਟ ਇਹ ਦੋਵੇਂ ਨੂੰ ਕੰਬਾਈਨ ਕਰਕੇ ਪਾਰਸ਼ੀਅਲ ਫ੍ਰੈਕਸ਼ਨਸ ਪਹਿਲਾਂ ਅਸੀਂ ਇਹਨਾਂ ਦੀਆਂ ਬਣਾ ਲਵਾਂਗੇ ਕਿਉਂਕਿ ਇਸ ਦੇ ਵਿੱਚ ਪਾਵਰ ਸਕੁਅਰ ਆ ਗਈ ਤਾਂ ਇਹਨੂੰ ਫੁੱਲ ਫਲੈਜ ਸੋਲਵ ਕਰਨਾ ਪਊਗਾ ਯੂਜ਼ਿੰਗ ਪਾਰਸ਼ੀਅਲ ਫ੍ਰੈਕਸ਼ਨਸ ਸੋ ਅਗਲੇ ਸਟੈਪ ਦੇ ਵਿੱਚ ਇਸੇ ਕਰਕੇ ਮੈਂ ਇਹ ਦੋਵੇਂ ਟਰਮਸ ਨੂੰ ਜਦੋਂ ਕੰਬਾਈਨ ਕੀਤਾ ਇਹਨਾਂ ਦਾ ਐਲਸੀਐਮ ਇਹ ਬਣੇਗਾ ਯੂ ਕੈਨ ਸਿੰਪਲੀ ਕੈਲਕੂਲੇਟ ਇਟ this will be the LCM 1 - x whole square 1 - 2x whole square 1 - 3x and on the numerator you will get these terms and after simplifying it you will get 1 - x - x square so this is the value of gx now we have to make the partial fractions so partial fractions area मैं पहले ही दस्सिया ये shortcut method नाल बन जानी है because दोवें फैक्टर लीनियर है तो mainly सानू पहला एरिया डिस्कस करनियां ने तो एरिया partial fractions दे लिए आ सारी कैलकुलेशन सानू परफॉर्म करनी पड़ेगी because 1 - x ਦਾ ਹੋਲ ਸਕੁਅਰ ਹੈ ਤਾਂ ਹੋਲ ਸਕੁਅਰ ਦੇ ਲਈ ਅਸੀਂ ਪਾਰਸ਼ੀਅਲ ਫ੍ਰੈਕਸ਼ਨ ਕਿਵੇਂ ਬਣਾਉਣੇ ਆ 1 - x ਫਿਰ 1 - x ਦਾ ਹੋਲ ਸਕੁਅਰ ਤੇ 1 - 2x ਦੇ ਹੋਲ ਸਕੁਅਰ ਲਈ ਜਿਹੜੀ ਪਾਰਸ਼ੀਅਲ ਫ੍ਰੈਕਸ਼ਨ ਬਣਾਉਂਦੇ ਆ 1 - 2x ਤੇ 1 - 2x ਦਾ ਹੋਲ ਸਕੁਅਰ ਤੇ ਲੀਨੀਅਰ ਦੇ ਲਈ ਸਿਰਫ 1 - 3x then again ਇੱਧਰ ਲੈਫਟ ਸਾਈਡ ਤੇ ਜਦੋਂ ਅਸੀਂ ਐਲਸੀਐਮ ਲਵਾਂਗੇ you can simply check it by simple calculation a ਦੇ ਨਾਲ ਕੀ ਆ ਜਾਏਗਾ ਮਲਟੀਪਲਾਈ ਕਿਉਂਕਿ ਇਹਦੇ ਕੋਲ ਸਿਰਫ 1 - x ਹੈ ਡਿਨੋਮੀਨੇਟਰ 'ਚ 1 - x ਦੀ ਇੱਕ ਪਾਵਰ ਆਏਗੀ और बाकी 1 - 2x स्क्वायर 1 - 3x ਇਸੇ ਤਰ੍ਹਾਂ ਬਾਕੀਆਂ ਦੇ ਨਾਲ ਤੇ ਹੁਣ ਅਸੀਂ a b c d e ਜਿਹੜੇ ਹੈ ਉਹ ਸਾਰੇ ਸੋਲਵ ਕਰਨੇ ਹੈਗੇ ਤਾਂ ਇਹਦੇ ਲਈ ਆਪਣੇ ਕੋਲ ਤਿੰਨ ਫੈਕਟਰਸ ਅਵੇਲੇਬਲ ਹੈ 1 - x 1 - 2x ਤੇ 1 - 3x ਤਾਂ ਪਹਿਲਾਂ 1 by 1 ਤਿੰਨਾਂ ਨੂੰ ਅਸੀਂ 0 ਪੁੱਟ ਕਰਕੇ ਜਿਹੜੀਆਂ ਵੈਲਿਊਜ਼ ਆਬਟੇਨ ਕਰ ਸਕਦੇ ਹਾਂ ਅਸੀਂ ਈਜ਼ੀਲੀ ਉਹ ਆਬਟੇਨ ਕਰ ਲਾਂਗੇ ਜੇ 1 - x ਨੂੰ 0 ਪੁੱਟ ਕਰੋਗੇ ਬੋਥ ਸਾਈਡਸ ਯੂ ਵਿਲ ਗੈਟ ਦ ਵੈਲਿਊ ਆਫ b ਜੇ 1 - 2x ਨੂੰ 0 ਪੁੱਟ ਕਰੋਗੇ ਯਾਨੀ x 1/2 ਯੂ ਵਿਲ ਗੈਟ ਦ ਵੈਲਿਊ ਆਫ b and when you put 1 - 3x equal to 0 means x equal to 1/3
you will get the value of E. 3 वैल्यूज आ गई, 2 हले पेंडिंग है ते हुन एक आर्बिट्ररी कोई भी वैल्यू तुसी पुट कर सकते हो। मैंने 0 पुट की है बिकॉज 0 पुट करना कन्वीनियंट होंदा हैगा ते इस दे विचों जे तुसी x नु 0 पुट करोगे क्योंकि डिनोमिनेटर तो कैंसल्ड है, x दे 0 पुट करोगे सारे किते a उरे कल्ला a बचेगा, उरे कल्ला b बचेगा, उरे c + d + e ਤੇ ਜਿਹੜੀਆਂ ਵੈਲਿਊ ਸਾਡੇ ਕੋਲ ਹੈਗੀਆਂ ਸੀ b d ਐਂਡ e ਤੇ 1 ਦੇ ਵਿੱਚੋਂ ਜਾ ਕੇ ਸਬਟ੍ਰੈਕਟ ਕਰਨਾ। b ਦੀ ਵੈਲਿਊ ਹਾਫ ਸੀ 1 - ਹਾਫ, d ਦੀ ਵੈਲਿਊ -2 ਸੀ ਇਹ +2 ਹੋ ਗਿਆ, e ਦੀ ਵੈਲਿਊ 45/2 ਸੀ ਐਂਡ ਆਫਟਰ ਸਿੰਪਲੀਫਿਕੇਟਿੰਗ ਇਟ ਯੂ ਵਿਲ ਗੈਟ a + c = -20। ਹੁਣ a ਤੇ c ਅਗਰ ਸੋਲਵ ਕਰਨੇ ਇੱਕ ਇਕੁਏਸ਼ਨ ਹੋਰ ਚਾਹੀਦੀ ਹੈ ਤਾਂ x ਦੀ ਪਾਵਰ 4 ਦਾ ਕੋਐਫੀਸ਼ੀਐਂਟ ਮੈਂ ਇਕੁਏਟ ਕਰ ਲਿਆ ਹੈਗਾ। x ਦੀ ਪਾਵਰ 4 ਕਿਹੜੀਆਂ ਟਰਮਸ ਦੇ ਵਿੱਚੋਂ ਤੁਹਾਨੂੰ ਮਿਲੇਗੀ ਪਹਿਲਾਂ ਤਾਂ ਚੈੱਕ ਕਰੋ ਕਿਹਦੇ ਵਿੱਚ ਆਪਣੇ ਕੋਲ 4 ਪਾਵਰ ਹੈਗੀ ਹੈ। ਇਸ ਟਰਮ ਦੇ ਵਿੱਚ ਹੈਗੀ ਹੈ ਪਾਵਰ 4 ਬਨੇਗੀ x ਦੀ, ਇਹਦੇ ਵਿੱਚ ਨਹੀਂ ਬਨੇਗੀ ਕਿਉਂਕਿ ਸਕੁਆਇਰ ਹੈ ਤੇ ਪਾਵਰ 1 ਕਿਊਬ ਤੱਕ ਹੀ ਹੈ ਇਹ। ਇੱਕ ਇਹਦੇ ਵਿੱਚੋਂ ਬਨੇਗੀ ਟਰਮ, ਇਹਦੇ ਵਿੱਚੋਂ ਨਹੀਂ ਬਨੇਗੀ x4 ਵਾਲੀ, ਇਹਦੇ ਵਿੱਚੋਂ ਬਨੇਗੀ। ਇਹ ਤਿੰਨਾਂ ਦੇ ਵਿੱਚੋਂ x ਦੀ ਪਾਵਰ 4 ਦਾ ਕੋਐਫੀਸ਼ੀਐਂਟ ਮਿਲੇਗਾ ਕਿਉਂਕਿ ਇਹ ਦੋਵੇਂ ਟਰਮਸ ਜਿਹੜੀਆਂ ਹੈ ਡਿਗਰੀ 3 ਤੱਕ ਹੀ ਖਤਮ ਹੋ ਗਿਆ ਹੈ ਕਿਉਂਕਿ ਇੱਥੇ ਸਕੁਆਇਰ ਇਨਟੂ 1 ਡਿਗਰੀ 3 ਬਣਦੀ ਹੈ ਮੈਕਸਿਮਮ, ਪੂਰੇ ਵੀ ਸਕੁਆਇਰ ਇਨਟੂ 1 ਡਿਗਰੀ 3 ਬਣਦੀ। ਤੇ ਇਹਦੇ ਵਿੱਚੋਂ x ਦੀ ਪਾਵਰ 4 ਦਾ ਕੋਐਫੀਸ਼ੀਐਂਟ ਕਿਵੇਂ ਮਿਲੇਗਾ? ਜਦ ਤੁਸੀਂ ਸਕੁਆਇਰ ਨੂੰ ਓਪਨ ਕਰੋਗੇ ਇਸ ਦੇ ਵਿੱਚ ਸਕੁਆਇਰ ਵਾਲੀ ਟਰਮ ਹੋਏਗੀ +4x² और ये +4x² ਜਦੋਂ -x ਤੇ -3x ਨਾਲ ਮਲਟੀਪਲਾਈ ਹੋਏਗਾ you will get 12x4 so its coefficient will be 12a ਤਾਂ 12a ਲਿਖਿਆ। ਸਿਮਿਲਰਲੀ ਇਹਦੇ ਵਿੱਚੋਂ ਜਦ ਤੁਸੀਂ ਇਹਦਾ ਹੋਲ ਸਕੁਆਇਰ ਓਪਨ ਕਰੋਗੇ ਇੱਥੇ ਆਏਗਾ x² ਔਰ ਇੱਥੇ ਆ ਦੋਵੇਂ ਜਦੋਂ ਮਲਟੀਪਲਾਈ ਹੋਣਗੇ it will become 6x² ਤਾਂ 6x² into x² you will get 6c। सिमिलरली हेयर जब तुसी ਇਹਦਾ ਸਕੁਆਇਰ ਓਪਨ ਕਰੋਗੇ x² प्लस ਦਾ ਹੋਏਗਾ और 4x² ਇਹ ਵੀ प्लस ਦਾ ਹੋਏਗਾ और ਇਹਨਾਂ ਦੋਵਾਂ ਦੀ ਮਲਟੀਪਲੀਕੇਸ਼ਨ ਆ ਗਈ 4x4 दैट मींस द कोएफिशिएंट इज 4e ਤੇ e ਦੀ ਵੈਲਿਊ ਸਾਡੇ ਕੋਲ ਹੈਗੀ ਸੀ ਉਹ ਸਬਸਟੀਟਿਊਟ ਕਰ ਦਿੱਤੀ ਤਾਂ ਆਪਣੇ ਕੋਲ ਆ ਗਈ ਵੈਲਿਊ। ਜਦੋਂ ਸਾਰਾ ਸਿੰਪਲੀਫਾਈ ਕਰ ਲਿਆ ਇਹ ਵੈਲਿਊ ਆ ਗਈ ਆਪਣੇ ਕੋਲ 6a + 3c = -45। फिर 1 एंड 2 ਨੂੰ ਤੁਸੀਂ ਸਿੰਪਲ ਕੈਲਕੂਲੇਸ਼ਨ ਕਰ ਸਕਦੇ ਹੋ। a ਦੀ ਵੈਲਿਊ 5 ਆ ਜਾਏਗੀ, c ਦੀ ਵੈਲਿਊ -25। So in the next step we will substitute all these values। ਜਿਹੜਾ gx ਸੀਗਾ ਸਾਡਾ ਦੁਬਾਰਾ ਤੋਂ ਉਰੇ ਲਿਖਿਆ ਹੋਇਆ ਹੈਗਾ ਇਹ ਵਾਲੀਆਂ ਵੈਲਿਊਜ਼ ਵਾਲੇ ਅਗਲੇ ਸਟੈਪ ਚ ਪੁੱਟ ਕਰਦੇ ਆ। ਪਹਿਲਾਂ ਇਹਦੀਆਂ ਵੀ ਪਾਰਸ਼ੀਅਲ ਫ੍ਰੈਕਸ਼ਨਸ ਬਣਾ ਲੀਆਂ ਵਿਦ ਸ਼ਾਰਟਕਟ ਮੈਥਡ। ਪਹਿਲਾਂ 1 - 2x ਐਜ਼ ਇਟ ਇਜ਼, x ਦੀ ਵੈਲਿਊ 1/2 ਸਬਸਟੀਟਿਊਟ ਕਰ ਦਿੱਤੀ ਉਰੇ ਵੀ ਔਰ ਉੱਪਰ ਵੀ ਤੇ ਫਿਰ ਇਸੇ ਤਰ੍ਹਾਂ 1 - 3x ਐਜ਼ ਇਟ ਇਜ਼ ਤੇ x ਦੀ ਵੈਲਿਊ 1/3 ਇਹਦੇ ਵਿੱਚ ਪੁੱਟ ਕਰ ਦਿੱਤੀ, 1 - 2/3 ਬਣ ਗਿਆ ਔਰ ਉੱਪਰ ਵੀ ਪੁੱਟ ਕਰ ਦਿੱਤੀ ਤੇ ਇਹ ਬਣ ਗਿਆ -7/3। ਤੇ ਆ ਵਾਲੀ ਜਿਹੜੀ ਟਰਮ ਹੈਗੀ ਹੈ ਇਹਦੀਆਂ ਪਾਰਸ਼ੀਅਲ ਫ੍ਰੈਕਸ਼ਨਸ a b c d ਦੀਆਂ ਵੈਲਿਊਜ਼ ਜਿਹੜੀਆਂ ਆਬਟੇਨ ਕੀਤੀਆਂ ਸੀਗੀਆਂ ਇਹ ਸਬਸਟੀਟਿਊਟ ਕਰਕੇ ਆ ਇਹਦੀਆਂ ਪਾਰਸ਼ੀਅਲ ਫ੍ਰੈਕਸ਼ਨਸ ਆ ਗਈਆਂ ਔਰ ਅਗਲੇ ਸਟੈਪ ਦੇ ਵਿੱਚ ਇਹਨੂੰ ਇਹਦੇ ਨਾਲ ਲਿਖ ਦਿੱਤਾ ਕੰਬਾਈਨ ਕਰਕੇ। ਆ ਵਾਲੀ ਸਾਰੀ ਟਰਮ ਇਹ ਇਸ ਦੀਆਂ ਪਾਰਸ਼ੀਅਲ ਫ੍ਰੈਕਸ਼ਨਸ ਤੇ ਫਿਰ ਹੁਣ ਇਸ ਦੇ ਵਿੱਚ ਜਿਹੜੀਆਂ ਸੇਮ ਟਰਮਸ ਹੈ ਉਹ ਕੰਬਾਈਨ ਕਰ ਲਓ ਚਾਹੇ ਜਿਵੇਂ 7/1 - 2x ਤੇ -25/1 - 2x ਇਹਨਾਂ ਨੂੰ ਐਡ ਕਰੋਗੇ -18 ਆ ਜਾਊਗਾ ਤੇ -7/1 - 3x ਇਹ ਵਾਲੀ ਟਰਮ ਔਰ ਇਧਰੋਂ ਦੀ 45/2 ਓਵਰ 1 - 3x ਇਹਨਾਂ ਨੂੰ ਕੰਬਾਈਨ ਕਰੋਗੇ ਪਲੱਸ ਕਰ ਲਓ ਕੋਐਫੀਸ਼ੀਐਂਟਸ ਨੂੰ 31/2 ਔਰ ਬਾਕੀ ਟਰਮਸ ਇਹ ਐਜ਼ ਇਟ ਇਜ਼ ਆਪਾਂ ਲਿਖ ਦਿੱਤੇ। ਹੁਣ ਆਨਸਰ ਜਿਹੜਾ ਹੈ ਸੀਕੁਐਂਸ ਫਾਈਨਲੀ ਉਹ ਸਾਡੇ ਕੋਲ ਕਿਵੇਂ ਬਣੂਗਾ ਤਾਂ ਇਸ ਦੇ ਉੱਪਰ ਡਾਇਰੈਕਟ ਫਾਰਮੂਲਾ ਲੱਗ ਗਿਆ c/1 - ax ਵਾਲਾ ਜਿਹੜਾ ਹੁੰਦਾ ਤਾਂ c ਸਾਡਾ -18 ਹੈ, a ਆਪਣਾ 2 ਹੈ, 2 ਦੀ ਪਾਵਰ ਹੈ। ਇਹਦੇ ਵਿੱਚ ਵੀ ਇਹੀ ਫਾਰਮੂਲਾ ਲੱਗ ਗਿਆ c 31/2 ਹੈ, 3 ਦੀ ਪਾਵਰ ਹੈ। ਇਹਦੇ ਵਿੱਚ ਵੀ ਇਹੀ ਲੱਗ ਗਿਆ 5 × 1 ਦੀ ਪਾਵਰ ਹੈ ਤੇ ਇਹਦੇ ਵਿੱਚ ਐਕਸਟੈਂਡਡ ਬਾਇਨੋਮੀਅਲ ਵਾਲਾ ਲੱਗ ਗਿਆ ਹੈਗਾ ਕਿਉਂਕਿ ਪਾਵਰ 2 ਆ ਗਈ ਤਾਂ k ਸਾਡਾ ਜਿਹੜਾ ਹੈ ਉੱਥੇ ਹੁੰਦਾ ਸੀ ਫਾਰਮੂਲਾ k + n - 1 ਤਾਂ k ਸਾਡਾ 2 ਹੈ ਜੋ ਇਹਦੀ ਪਾਵਰ ਹੈ 2 + n - 1 n। ਸਿਮਿਲਰਲੀ ਇਹਦੇ ਵਿੱਚ ਵੀ k ਸਾਡਾ 2 ਹੈਗਾ 2 + n - 1 n ਬਟ ਉਰੇ x ਦੇ ਨਾਲ 2 ਵੀ ਹੈਗਾ ਤਾਂ ਇਹਦੀ ਪਾਵਰ ਵੀ ਨਾਲ ਆ ਜਾਊਗੀ 2n। ਇਹਨੂੰ ਸਿੰਪਲੀਫਾਈ ਕਰਕੇ n + 1 n ਇਹ ਤੁਸੀਂ ਲਿਖ ਸਕਦੇ ਤੇ ਚਾਹੇ ਫਰਦਰ ਤੁਸੀਂ ਇਸ ਐਕਸਟੈਂਡਡ ਬਾਇਨੋਮੀਅਲ ਕੋਐਫੀਸ਼ੀਐਂਟ ਨੂੰ ਸਿੰਪਲੀਫਾਈ ਵੀ ਕਰ ਸਕਦੇ ਹੋ क्योंकि n नो डाउट वो नेचुरल नंबर ही है तो इस करके ये n + 1 cn ਦੇ ਬਰਾਬਰ ਹੀ ਹੋ ਗਿਆ। ਸਿੰਪਲ ਫੈਕਟੋਰੀਅਲ ਵਾਲੀ ਕੈਲਕੂਲੇਸ਼ਨ ਨਾਲ ਤੁਸੀਂ ਇਹਨੂੰ ਸੋਲਵ ਕਰੋਗੇ ਯੂ ਵਿਲ ਗੈਟ n + 1। ਸੋਲਵ ਕਰਨਾ ਇਹਨੂੰ ਕਰਕੇ ਪੂਰੇ ਇਸ ਸਾਰੇ ਦੀ ਵੈਲਿਊ n + 1 ਵੀ ਸਬਸਟੀਟਿਊਟ ਕਰ ਸਕਦੇ। ਸੋ ਦਿਸ ਇਜ਼ ਦ ਫਾਈਨਲ ਆਨਸਰ ਟੂ ਦਿਸ ਕੁਐਸਚਨ। ਨਾਓ ਨੈਕਸਟ ਐਗਜ਼ਾਮਪਲ ਹੈ फाइंड द जनरेटिंग फंक्शन ऑफ Fibonacci sequence and solve it। Fibonacci sequence ਜਿਹੜੀ ਸੀ ਉਹਦਾ ਜਨਰੇਟਿੰਗ ਫੰਕਸ਼ਨ ਫਾਈਂਡ ਕਰਨਾ ਹੈ। Fibonacci sequence you all are aware it is defined like this fk = fk - 1 plus fk - 2 where f0 and f1 both are equal to 1। it is a recurrence relation of order 2 and here we have provided two initial conditions and both are equal to 1। यही ਹੁੰਦਾ Fibonacci। next term पिछली दो terms ਦਾ addition ਹੁੰਦੀ है
ਤੇ ਅਗੇਨ ਉਹੀ ਸਟੈਪ ਇਹਦੇ ਵਿੱਚ ਹਰੇਕ ਟਰਮ ਨੂੰ z ਪਾਵਰ k ਜਾਂ x ਪਾਵਰ ਜੋ ਵੀ ਨੋਟੇਸ਼ਨ ਤੁਸੀਂ ਰੱਖੀ ਹੈ इसमें z ਦੀ ਨੋਟੇਸ਼ਨ ਰੱਖੀ ਹੈ ਤਾਂ z ਪਾਵਰ k ਨਾਲ ਮਲਟੀਪਲਾਈ ਕਰ ਲਿਆ ਔਰ ਸਮੀਸ਼ਨ ਸਟਾਰਟ ਕਰ ਲਿਆ k 2 ਤੋਂ ਜਿਹੜਾ ਆਰਡਰ ਸੀਗਾ ਰੈਕਰੈਂਸ ਰਿਲੇਸ਼ਨ ਦਾ ਠੀਕ ਹੈ ਤੇ ਇਸ ਦੇ ਵਿੱਚ ਫਿਰ ਉਹੀ ਸਟੈਪ ਕੀਤਾ ਹੈਗਾ ਉਰੇ k - 1 ਹੈ ਉਰੇ k ਹੈ ਇਹਨੂੰ ਬੈਲੈਂਸ ਕੀਤਾ ਬ੍ਰੇਕ ਕਰ ਲਿਆ z ਦੀ ਪਾਵਰਸ ਨੂੰ z ਦੀ k ਸੀਗਾ ਇਹਨੂੰ ਬ੍ਰੇਕ ਕਰ ਲਿਆ z2 z ਦੀ k - 2 ਤੇ ਇਸ ਸਮੀਸ਼ਨ ਦੇ ਵਿੱਚ ਅਗਰ ਅਸੀਂ ਟਰਮਸ ਨੋਟਿਸ ਕਰੀਏ ਇਹ ਸਟਾਰਟ ਹੋ ਰਹੀਆਂ ਨੇ f2 ਤੋਂ तो इसलिए ਇਹਨੂੰ 0 ਤੋਂ ਸਟਾਰਟ ਕਰਵਾ ਕੇ ਦੋ ਟਰਮਸ ਇਹ ਮਾਈਨਸ ਕਰ ਦਿੱਤੀਆਂ ਜਿਹੜੀਆਂ ਐਡ ਕਰਨ ਦੀ ਲੋੜ ਸੀ f0 ਐਂਡ f1z ਸਿਮਿਲਰਲੀ ਇਹ ਵਾਲਾ ਆਪਣੇ ਕੋਲ f1 ਤੋਂ ਸਟਾਰਟ ਹੋ ਰਿਹਾ ਹੈਗਾ ਤਾਂ ਇਸ ਦੇ ਵਿੱਚ -f0 ਤੇ +f0 ਕੀਤਾ 2 ਤੋਂ ਸੀਗਾ ਤਾਂ ਇਹ 1 ਤੋਂ ਹੋ ਗਿਆ ਇੰਡੈਕਸ ਪਿੱਛੇ ਲੈ ਗਏ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਇਹ ਸਮੀਸ਼ਨ ਆਪਣਾ ਸਟਾਰਟਿੰਗ ਸਾਰੀਆਂ ਟਰਮਸ ਤੋਂ ਸ਼ੁਰੂ ਹੋ ਰਿਹਾ f0 f1z ਸਾਰੀਆਂ ਤੋਂ ਤੇ ਉਰੇ ਆਪਣੇ ਕੋਲ ਫਿਰ ਇਸ ਦੀ ਵੈਲਿਊਜ਼ gz ਹੋਗੀ f0 1 ਹੈ f1 ਵੀ 1 ਹੈ 1 - za ਬਣ ਗਿਆ ਤੇ z into ਇਹ ਬਣ ਗਿਆ gz ਔਰ f0 ਦੀ ਵੈਲਿਊ 1 ਸੀ -z ਨਾਲ ਮਲਟੀਪਲਾਈ ਹੋਇਆ +z -z2 ਮੀਨਸ gz ਦੀ ਵੈਲਿਊ ਅਸੀਂ ਫਾਈਂਡ ਕੀਤੀ ਇਹਦੇ ਬਰਾਬਰ ਆ ਗਈ ਹੁਣ ਇਹਨੂੰ ਸਿੰਪਲੀਫਾਈ ਕਰਨਾ ਹੈਗਾ ਤਾਂ ਇਸ ਨੂੰ ਅਗਰ ਅਸੀਂ 0 ਪੁੱਟ ਕਰਾਂਗੇ ਸੌਰੀ ਹੇਅਰ ਆਈ ਹੈਵ ਮਿਸਟੇਕਨ ਉਹਦੇ -z2 ਆਊਗਾ 1 - z -z2 ਤੇ ਇਸ ਦੇ ਫੈਕਟਰਸ ਬਣਾਉਣੇ ਹੈਗੇ ਅਸੀਂ ਤਾਂ ਇਹਦੇ ਫੈਕਟਰਸ ਬਣਾਉਣ ਲਈ ਅਸੀਂ ਇਹਨੂੰ 0 ਪੁੱਟ ਕਰਕੇ ਕਿਉਂਕਿ ਸਿੰਪਲ ਫੈਕਟਰਸ ਇਹਦੇ ਨਹੀਂ ਬਣ ਰਹੇ डिस्क्रिमिनेंट मेथड ਦੇ ਨਾਲ z ਦੀਆਂ ਵੈਲਿਊਜ਼ ਫਾਈਂਡ ਕੀਤੀਆਂ ਇਹ ਦੋ ਵੈਲਿਊਜ਼ ਆ ਰਹੀਆਂ ਨੇ z ਦੀਆਂ ਸਾਡੇ ਕੋਲ -b +- -√b² - 4ac ਕਰਕੇ ਟਰਮ ਬਣੇਗੀ ਤਾਂ ਇੱਕ ਨੂੰ ਅਸੀਂ ਅਲਫਾ ਲੈਟ ਕਰ ਲਿਆ ਇੱਕ ਨੂੰ ਅਸੀਂ ਬੀਟਾ ਲੈਟ ਕਰ ਲਿਆ ਤਾਂ ਇਹਦਾ ਮਤਲਬ ਜਿਹੜਾ ਇਹ ਆਪਣੇ ਕੋਲ ਸੀਗਾ z² + z - 1 ਇਹਦੇ ਫੈਕਟਰਸ ਇਹ ਬਣ ਗਏ z - ਅਲਫਾ z - ਬੀਟਾ ਬਟ ਵੀ ਹੈਵ ਵਿਦ ਨੈਗੇਟਿਵ ਸਾਈਨ ਦਿਸ ਰਿਲੇਸ਼ਨ ਸਾਡੇ ਕੋਲ ਰਿਲੇਸ਼ਨ ਚ ਤਾਂ ਇਹ ਸੀਗਾ ਤਾਂ ਇਸ ਕਰਕੇ ਮਾਈਨਸ ਨਾਲ ਮਲਟੀਪਲਾਈ ਕਰ ਦਿੱਤਾ ਦੋਵੇਂ ਸਾਈਡਸ ਤੇ ਇੱਥੇ ਜੋ ਆਪਣੇ ਕੋਲ ਸੀਗਾ ਉਹਦੀ ਵੈਲਿਊਜ਼ ਇਹ ਸਬਸਟੀਟਿਊਟ ਹੋ ਤੇ ਇਸ ਦੀਆਂ ਫਿਰ ਪਾਰਸ਼ੀਅਲ ਫ੍ਰੈਕਸ਼ਨਸ ਹੋਈ ਸ਼ਾਰਟਕਟ ਮੈਥਡ ਨਾਲ ਕਿਉਂਕਿ ਦੋਵੇਂ ਲੀਨੀਅਰ ਹੈ ਇੱਕ ਵਾਰ z - ਅਲਫਾ ਤੇ z ਨੂੰ ਅਲਫਾ ਪੁੱਟ ਕਰ ਲੈਣਾ ਬਾਕੀ ਸਾਰੇ ਕਿਤੇ ਇੱਕ ਵਾਰ z ਨੂੰ - ਬੀਟਾ ਰੱਖ ਲਿਆ z ਨੂੰ ਬੀਟਾ ਪੁੱਟ ਕਰ ਦੇਣਾ ਬਾਕੀ ਸਾਰੇ ਤਾਂ ਇਹ ਸਿੰਪਲ ਪਾਰਸ਼ੀਅਲ ਫ੍ਰੈਕਸ਼ਨਸ ਇਹਦੀਆਂ ਇਹ ਬਣ ਗਈਆਂ ਤੇ 1/α - ਬੀਟਾ ਕਾਮਨ ਠੀਕ ਹੈ ਤੇ z - ਬੀਟਾ ਨੂੰ ਅਸੀਂ ਜਾਣ ਕੇ ਐਵੇਂ ਲਿਖ ਲਿਆ z - ਅਲਫਾ ਜਿਹੜਾ ਸੀ ਇਹ ਮਾਈਨਸ ਅੰਦਰ ਇਹਦੇ ਮਲਟੀਪਲਾਈ ਕਰ ਦਿੱਤਾ ਇਹ ਬਣ ਗਿਆ ਅਲਫਾ - z और इसी तरह ਇਹਨੂੰ ਵੀ -β - z ਕਿਉਂਕਿ ਜਿਹੜੇ ਫਾਰਮੂਲੇ ਹੈ ਉਹ ਆਪਣੇ ਕੋਲ -z ਦੇ ਨਾਲ ਹੋਣਾ ਚਾਹੀਦਾ ਤਾਂ ਅਪਲਾਈ ਕਰ ਸਕਦੇ ਤੇ ਇਸ ਦੇ ਵਿੱਚੋਂ ਅਲਫਾ ਕਾਮਨ ਲਿੱਤਾ ਇਹਦੇ ਵਿੱਚੋਂ ਬੀਟਾ ਕਾਮਨ ਲਿੱਤਾ ਇਹ ਬਣ ਗਿਆ 1 - z/ਅਲਫਾ ਇਹ ਬਣ ਗਿਆ 1 - z/ਬੀਟਾ ਔਰ ਇਹ ਤੁਸੀਂ ਉਹੀ c/1 - ax ਵਾਲਾ ਜੇ ਫਾਰਮੂਲਾ ਦੇਖੋਗੇ ਠੀਕ ਹੈ ਉਹਦੇ ਅਕੋਰਡਿੰਗ ਕੀਤਾ ਹੋਇਆ ਤਾਂ c ਉਰੇ 1/ਅਲਫਾ ਹੈਗਾ ਔਰ ਤੁਹਾਡਾ a ਜਿਹੜਾ ਹੈਗਾ ਉਹ ਆਪਣਾ 1/ਅਲਫਾ ਅਗੇਨ ਤੇ ਇਹਦੀ ਪਾਵਰ n ਹੁੰਦੀ ਹੈ ਇਹਦਾ ਸੀਕੁਐਂਸ ਹੁੰਦਾ c a ਦੀ n ਸੋ ਇਹ ਆ ਗਿਆ c 1/ਅਲਫਾ ਦੀ n ਠੀਕ ਹੈ ਉਰੇ f ਮੈਂ ਲਿਖ ਦੇਣਾ fn ਜਿਹੜਾ ਸੀਗਾ ਆਪਣੇ ਕੋਲ ਹੋ ਗਿਆ ਤੇ ਬਸ ਫਿਰ ਹੁਣ ਇਸ ਦੇ ਵਿੱਚ ਅਲਫਾ ਬੀਟਾ ਦੀਆਂ ਵੈਲਿਊਜ਼ ਪੁੱਟ ਕਰਕੇ ਤੁਸੀਂ ਸਿੰਪਲੀਫਾਈ ਕਰਨਾ ਹੈ ਅਲਫਾ - ਬੀਟਾ ਅਗਰ ਤੁਸੀਂ ਕਰੋਗੇ ਆ ਲਿਖਿਆ ਹੋਇਆ ਰੀਜ਼ਨ ਸੋਲਵ ਕਰਕੇ ਦੇਖ ਲਿਓ ਇਹ ਆ ਜਾਊਗਾ ਤੇ 1/ਅਲਫਾ 1/ਬੀਟਾ ਜਿਹੜਾ ਹੈਗਾ ਉਹ ਸੋਲਵ ਕਰ ਲਿਆ ਹੈਗਾ 1/ਅਲਫਾ ਸਾਡੇ ਕੋਲ ਉਰੇ ਬੰਨਾ ਸੀਗਾ 2/√5 - 1 ਔਰ 1/ਬੀਟਾ ਇਹ ਬੰਨਾ ਸੀ ਤਾਂ ਇਹਨਾਂ ਦੇ ਰੈਸਿਪਰੋਕਲਸ ਬਾਈ ਰੈਸ਼ਨਲਾਈਜੇਸ਼ਨ ਸੋਲਵ ਕਰੋਗੇ ਯੂ ਵਿਲ ਗੈਟ √5 + 1/2 ਐਂਡ √5 - 1/2 ਤਾਂ ਇਹ ਤੁਹਾਡਾ ਇਸ ਦਾ ਆਨਸਰ ਹੋ ਗਿਆ ਫਾਈਬੋਨੈਕੀ ਸੀਕੁਐਂਸ ਵਾਲੇ ਰਿਲੇਸ਼ਨ